ਆਸਾ ਮਹੱਲਾ ਪੰਜਵਾ। ਸਾਧੂ ਸੰਗਤ ਤਰਿਆ ਸੰਸਾਰ, ਹਰ ਕਾ ਨਾਮ ਮਨ ਹੈ ਆਧਾਰ। चरण कमल गुरुदेव प्यारे, पूजै संत हर प्रीत प्यारे। जाकै मस्तक लिखिया पाग, कहो नानक तका तिर सुहाग। कीरत प्रभ की गाओ मेरी रसना, अनक बार कर बंधन संतन। ऊहा चरण गोविंद जी के बसना, कीरत प्रभ की गाओ मेरी रसना। ज़ारा ज़हूर हाजरा हजूर सर्व कला भरपूर समरथ गुरु। लोक परलोक दे रखियक भगत वशल ज्ञान दे सागर गुरुआं दे गुरु। गुरुआं भगतां भट्टां सिखां दी इलाही बाणी, गुरु जोत रूप दे विच शब्द रूप दे विच धन धन श्री गुरु ग्रंथ साहब जी महाराज पातशाह दी पावन पवित्र गोद दे विच गुर शब्द दे नाल जुड़ बैठी जुड़ रही संगत। आप जी वडभागे हो, धनता दे योग हो, भागां कर्मां वाले हो, जिन्हां ते महाराज जी ने मेहर करके अपनी गोद दे विच सानू लै आंदा। गोद दे विच आउणा जां बहना वड्डी प्राप्ति नहीं है। गुरबाणी पढ़ लैनी, गुरबाणी सुन लैनी प्राप्ति है, पर वड्डी प्राप्ति नहीं है। उदों तक बाणी नूं पढ़ना सुनना बहुत प्यारी एक प्राप्ति है। जे कह दईए संपूर्ण प्राप्ति है या पूर्ण प्राप्ति है, वो नहीं है। ਜਾਂ सौखी उदाहरण दे देना, दवाई मैडिकल स्टोर तो लै आउणी कोई बहुत वड्डी गल नहीं, मंगवा भी लईदी है, पैसे भी ਉਹਦੇ अदा कर दईदे है। उस दवाई नूं घरे लिया के उस दवाई नूं रख छड्डे, उस दवाई नूं खाधा ना जाए, उस दवाई नूं जे खाना शुरू करे बंदा, जे टाइम नाल ना खाधी जावे तां भी उहदा असर उल्ट हुंदा है। कई ऐसी प्रकार दीयां बीमारियां हैं, उन्होंने कोर्स चलते हैं 2 साल के, 3 साल के, 5 साल के। जे एक दिन भी नागा पै जाए, ध्यान देना, कई बीमारियां ऐसियां ने भी एक दिन भी नागा पिया तो दवाई दोबारा उस दिन तो शुरू। सपोज 2 साल का कोर्स है, 1.5 साल खा के जे एक दिन नागा पै गया, फिर पहले दिन तो शुरू। ये किते गूगल ते लभ लैना,
ਜਾਂ ਡਾਕਟਰ ਬੜੇ ਸਿਆਣੇ ਨੇ ਪੁੱਛ ਲੈਣ, ਆਪਣੇ ਕੋਲੋਂ ਮੈਂ ਕੋਈ ਗੱਲ ਬਣਾ ਕੇ ਨਹੀਂ ਕਹਿੰਦਾ ਹੁੰਦਾ, ਪੂਰੀ ਦਲੀਲ ਦੇ ਨਾਲ ਆਪਣੇ ਨਾਲ ਬੀਤੀ ਸੁਣੀ ਜਾਂ ਕੋਈ ਬਹੁਤ ਪੱਕੀ ਗੱਲ ਤੁਹਾਡੇ ਨਾਲ ਸ਼ੇਅਰ ਕਰੀਦੀ ਹੈ। ਕਿਉਂਕਿ ਜੋ ਮੈਂ ਬੋਲਦਾ ਹੁੰਦਾ ਨਾ ਤੁਹਾਡੇ ਨਾਲ, ਇਹ ਤੁਸੀਂ ਇੱਥੇ 15 20 ਜਾਂ 50 ਜੀ ਨਹੀਂ ਸੁਣ ਰਹੇ, ਇਹ ਦੁਨੀਆ ਦੇ ਕੋਨੇ ਕੋਨੇ 'ਚ ਚੀਜ਼ ਆ ਰਹੀ ਹੈ। ਇਸ ਕਰਕੇ ਇਹਦੇ ਲਈ ਕੋਈ ਵੀ ਸਵਾਲ ਕਰ ਸਕਦਾ, ਉਹਦਾ ਫਿਰ ਜਵਾਬ ਦੇਣਾ ਹੁੰਦਾ। ਸੋ ਇਸ ਕਰਕੇ ਸਿਆਣੇ ਕਹਿੰਦੇ ਨੇ ਵੀ ਤੋਲ ਕੇ ਬੋਲਣਾ। ਜੇ ਸਾਨੂੰ ਕੋਈ 16 ਆਨੇ ਗੱਲ ਦਾ ਪਤਾ ਹੈ ਤੇ 16 ਆਨੇ ਨਹੀਂ ਕਹਿਣੀ, ਧਿਆਨ ਦੇਣਾ, ਇਹ ਸਤਿਪੁਰਖ ਦੱਸਦੇ ਨੇ। ਜੇ 16 ਆਨੇ ਦਾ ਪਤਾ ਹੈ, 8 ਆਨੇ ਕਹਿ ਦਿਓ ਜਾਂ ਥੋੜ੍ਹੀ ਜਿਹੀ ਹੋਰ ਕਹਿ ਦਿਓ, 75 ਪੈਸੇ ਕਹਿ ਦਈਏ, 50 ਪੈਸੇ ਕਹਿ ਦਈਏ। ਜੇ ਕਿਸੇ ਨੂੰ 8 ਆਨੇ ਚੀਜ਼ ਦਾ ਪਤਾ ਹੈ ਜਾਂ 50 ਪੈਸੇ ਚੀਜ਼ ਦੀ ਜਾਣਕਾਰੀ ਹੈ, ਉਹ 60 ਪੈਸੇ ਸੁਣਾਈ ਜਾਵੇ, ਫਿਰ ਔਖਾ ਹੋਣਾ, ਫਿਰ ਔਖਾ ਹੋਣਾ। ਵਿਚਾਰ ਬੜੀ ਪਿਆਰੀ ਚੱਲ ਪਈ ਹੈ। ਦਵਾਈ ਨੂੰ ਘਰ ਲਿਆ ਕੇ ਰੱਖ ਲਈਏ, ਉਹਨੂੰ ਖਾ ਵੀ ਲਈਏ ਬੇਟੈਮੀ, ਉਹਦਾ ਵੀ ਜਿਹੜਾ ਅਸਰ ਜਿਹੜਾ ਹੈ ਉਹ ਪ੍ਰੋਪਰ ਨਹੀਂ ਹੁੰਦਾ। ਉਹਦੇ ਬਾਰੇ ਸਾਨੂੰ ਦੱਸਿਆ ਜਾਂਦਾ ਵੀ ਇਹ ਚੀਜ਼, ਇਹ ਕੈਪਸੂਲ ਖਾਲੀ ਪੇਟ ਹੁੰਦਾ, ਇਹ ਰੋਟੀ ਤੋਂ 1 ਘੰਟਾ ਬਾਅਦ ਹੁੰਦਾ, ਇਹ ਲੰਚ ਬ੍ਰੇਕ ਬਾਅਦ ਹੁੰਦਾ, ਡਿਨਰ ਬਾਅਦ ਹੁੰਦਾ। ਮਤਲਬ ਇਹ ਸਵੇਰੇ, ਦੁਪਹਿਰੇ ਜਾਂ ਸ਼ਾਮ। ਤੇ ਜੇ ਹੁਣ ਕਿਸੇ ਨੇ ਰੋਟੀ ਖਾਧੀ ਤੇ ਉਹਦੇ ਨਾਲ ਹੀ ਫੱਕਾ ਮਾਰ ਲਿਆ ਗੋਲੀਆਂ ਦਾ, ਉਹਦਾ ਅਸਰ ਨਹੀਂ ਹੋਏਗਾ। ਜੇ ਆਯੁਰਵੈਦ ਦੀ ਗੱਲ ਕਰੀਏ, ਉਹ ਖਾਲੀ ਪੇਟ ਦੱਸਦੇ ਨੇ, ਧਿਆਨ ਦੇਣਾ। ਜੇ ਅਸੀਂ ਐਲੋਪੈਥਿਕ ਦੀ ਗੱਲ ਕਰੀਏ, ਅੰਗਰੇਜ਼ੀ ਦਵਾਈਆਂ, ਉਹ ਰੋਟੀ ਤੋਂ 1 ਘੰਟਾ ਜਾਂ ਅੱਧਾ ਘੰਟਾ ਬਾਅਦ ਦੱਸਦੇ ਨੇ। ਜੇ ਹੋਮਿਓਪੈਥਿਕ ਦੀ ਗੱਲ ਕਰੀਏ, ਉਹ ਵੀ ਖਾਲੀ ਪੇਟ ਘੰਟਾ ਖਾਣੇ ਤੋਂ ਬਾਅਦ ਜਾਂ ਘੰਟਾ ਖਾਣੇ ਤੋਂ ਪਹਿਲਾਂ। ਮਤਲਬ ਬਾਣੀ ਵੀ ਦਵਾਈ ਹੈ ਤੇ ਸਰੀਰ ਨੂੰ ਚਲਾਉਣ ਵਾਲੀ ਜਿਹੜੀ ਬਾਹਰਲੀ ਦਵਾਈ ਹੈ, ਇਹ ਵੀ ਸਾਡੇ ਲਈ ਜ਼ਰੂਰੀ ਹੈ। ਪਰ ਜੇ ਉਸ ਮਹਿੰਗੀ ਦਵਾਈ ਨੂੰ ਲਿਆ ਕੇ ਪ੍ਰੋਪਰ ਸਹੀ ਤਰੀਕੇ ਦੇ ਨਾਲ ਖਾਧਾ ਨਾ ਜਾਏ, ਜਾਂ ਥੋੜ੍ਹੇ ਦਿਨ ਖਾ ਕੇ ਬੰਦਾ ਕਹੇ ਵੀ ਆਰਾਮ ਨਹੀਂ ਆਇਆ, ਛੱਡ ਦਿਓ, ਇੱਦਾਂ ਵੀ ਹੁੰਦਾ ਨਾ। ਥੋੜ੍ਹੇ ਦਿਨ ਖਾ ਕੇ ਕਹਿੰਦਾ ਨਹੀਂ ਆਰਾਮ ਆਇਆ, ਛੱਡ ਦਿਓ, ਕਿਸੇ ਨੇ ਦੱਸ ਪਾਈ, ਉਹ ਖਾਂਦੇ ਆ। ਜੇ ਪਹਿਲੀ ਵਾਲੀ 'ਤੇ ਯਕੀਨ ਨਹੀਂ ਆਇਆ ਤੇ ਆਉਣਾ ਦੂਜੀ ਵਾਲੀ 'ਤੇ ਵੀ ਨਹੀਂ। ਉਹ ਦੂਜੀ ਜਗ੍ਹਾ 'ਤੇ ਵੀ ਇੱਦਾਂ 8-10 ਦਿਨ ਖਾਂਦਾ, ਫਿਰ ਛੱਡ ਦਿੰਦਾ, ਫਿਰ ਤੀਜਾ 10 ਪਾ ਦਿੰਦਾ, ਫਿਰ ਉੱਥੇ ਚਲਾ ਜਾਂਦਾ। ਮਹਾਰਾਜ ਜੀ ਕਹਿੰਦੇ ਨੇ ਵੀ ਓਏ ਇਹ ਕੀ ਕਰਦਾ ਫਿਰਦਾ। ਧਿਆਨ ਦੇਣਾ, ਬਾਣੀ ਦੇ ਮੁਤਾਬਕ ਮੈਂ ਸਿੱਧੀ ਗੱਲ ਕਰਦਾ ਹੁੰਦਾ। ਸਾਡੇ ਕੋਲ ਇਨਸਾਨੀ ਦਿਮਾਗ ਹੈ, ਪਸ਼ੂਆਂ ਦਾ ਦਿਮਾਗ ਪਸ਼ੂਆਂ ਕੋਲ ਹੈ। ਧਿਆਨ ਦੇਣਾ, ਕਿੱਲਿਆਂ ਨੂੰ, ਖੁਰਲੀਆਂ ਨੂੰ ਪਸ਼ੂ ਭੰਨਦੇ ਨੇ, ਬੰਦੇ ਨਹੀਂ। ਜਿਹੜੇ ਭੰਨਦੇ ਨੇ ਉਹ ਬੰਦੇ ਨਹੀਂ। ਧਿਆਨ ਦੇਣਾ, ਜਿਹੜੇ ਦੇਖੋ ਤੁਸੀਂ ਡੰਗਰ ਜਿਹੜਾ ਹੈ, ਸਾਡੇ ਇੱਧਰ ਅਲੱਗ-ਅਲੱਗ ਬੋਲੀ ਹੈ ਨਾ। ਕੋਈ ਖੁਰਲੀ ਕਹਿ ਦਿੰਦਾ, ਜਿੱਥੇ ਪੱਠੇ ਪਾਏ ਹੁੰਦੇ ਨੇ ਕਿ ਉਹ ਸਿੰਘ ਮਾਰ ਮਾਰ ਕੇ ਕਈ ਪਸ਼ੂ ਜਿਹੜੇ ਨੇ ਉਹਨਾਂ ਨੂੰ ਤੋੜ ਦਿੰਦੇ ਨੇ, ਭੰਨ ਦਿੰਦੇ ਨੇ, ਨਾਲੇ ਪੱਠੇ ਖਾਂਦੇ ਨੇ, ਤੇ ਉਹਨੂੰ ਤਾਂ ਹੀ ਪਸ਼ੂ ਕਹਿੰਦੇ ਆ ਨਾ। ਤੇ ਜੇ ਬੰਦਾ ਇੱਦਾਂ ਕੁਛ ਕਰੇ, ਧਿਆਨ ਦੇਣਾ, ਜੇ ਬੰਦਾ ਵੀ ਕਿਸੇ ਦਾ ਨੁਕਸਾਨ ਕਰੇ, ਕਿਸੇ ਦਾ ਘਰ ਭੰਨੇ, ਤੇ ਬਾਣੀ ਵਿੱਚ ਲਿਖਿਆ ਉਹ ਪਸ਼ੂ ਤੋਂ ਵੀ ਭੈੜਾ। ਬਾਣੀ ਵਿੱਚ ਲਿਖਿਆ, ਪੜ੍ਹੀਏ ਪੰਗਤੀ, ਕਰਤੂਤ ਪਸ਼ੂ ਕੀ ਤੇ ਮਾਨਸ ਜਾਤ। ਮਹਾਰਾਜ ਜੀ ਕਹਿੰਦੇ ਤੇਰੀ ਦੇਹੀ ਤੇ ਲੱਗਦੀ ਹੈ ਵੀ ਸਾਧੂਆਂ ਵਰਗੀ ਹੈ, ਕੰਮ ਕਾਫਰਾਂ ਵਾਲੇ, ਇੱਦਾਂ ਥੋੜ੍ਹਾ ਹੋਣਾ। ਸੋ ਮਹਾਰਾਜ ਜੀ ਕਹਿੰਦੇ ਦਵਾਈ ਉਹ ਵੀ ਹੈ, ਦਵਾਈ ਇਹ ਵੀ ਹੈ। ਜੇ ਉਹ ਦਵਾਈ ਨਾ ਸਹੀ ਤਰ੍ਹਾਂ ਖਾਧੀ ਗਈ, ਚਾਹੇ ਮਹਿੰਗੀ ਹੈ, ਅਸਰ ਉਸਨੇ ਵੀ ਨਹੀਂ ਕਰਨਾ। ਤੇ ਜਿਸ ਨਾਮ ਨੂੰ ਦਵਾਈ ਕਹਿੰਦੇ ਹਾਂ, ਜਿਸ ਨੂੰ ਕੱਲਾ ਸੁਣੀ ਲਿਆ ਤੇ ਮੈਂ ਕੱਲਾ ਸੁਣਾ ਦਿੱਤਾ, ਨਾ ਸੁਣਾਉਣ ਵਾਲੇ ਦਾ ਪਾਰ ਉਤਾਰਾ ਹੋਣਾ ਤੇ ਨਾ ਸੁਣਨ ਵਾਲੇ ਦਾ, ਜਿਸ ਨੇ ਮੰਨਿਆ ਨਾ। ਬਾਣੀ ਮੰਨਣ ਦਾ ਵਿਸ਼ਾ ਹੈ, ਸੁਣਾਉਣ ਦਾ ਨਹੀਂ। ਕੇਵਲ ਸੁਣਾ ਕੇ ਤੇ ਅਸੀਂ ਟੇਪਾਂ ਭਰ ਦਿੱਤੀਆਂ,
ਤੇ ਸੁਣ ਸੁਣ ਕੇ ਅਸੀਂ ਵੀ ਆਪਣੀ ਜ਼ਿੰਦਗੀ ਦੇ ਕਿੰਨੇ ਦਿਨ ਭਰ ਦਿੱਤੇ। ਪਰ ਵਿਚਾਰ ਕਰਕੇ ਦੇਖਣਾ, ਇੱਕ ਵੀ ਦਿਨ ਜੇ ਲੇਖੇ ਵਿੱਚ ਲੱਗ ਗਿਆ ਤੇ ਪਾਰ ਉਤਾਰਾ। ਹੁਣ ਬਾਣੀ ਦੀ ਪੰਕਤੀ ਸੁਣਨਾ। ਕਿੰਨੇ ਸਾਲ ਹੋ ਗਏ ਸਾਨੂੰ ਸੁਣਦਿਆਂ ਨੂੰ? ਕਿੰਨੇ ਸਾਲ ਹੋ ਗਏ ਮੈਨੂੰ ਸੁਣਾਉਂਦਿਆਂ ਨੂੰ? ਬਾਣੀ ਵਿੱਚ ਲਿਖਿਆ ਜੇ ਕਿਧਰੇ ਇੱਕ ਦਿਨ ਦਾ ਵੀ ਸੁਣਿਆ ਪ੍ਰਵਾਨ ਹੋ ਗਿਆ ਨਾ ਇੰਨੇ ਦਿਨਾਂ ਦੇ ਵਿੱਚੋਂ, ਹੋਇਆ ਹੋਏਗਾ, ਕਿਉਂ ਨਹੀਂ ਹੋਇਆ ਹੋਏਗਾ। ਜੇ ਕਿਨਕਾ ਇੱਕ ਜਿਸ ਜੀ ਵਸਾਵੈ, ਤਾਕੀ ਮਹਿਮਾ ਗਣੀ ਨਾ ਆਵੈ। ਇੱਕ ਅੱਖਰ ਹਰ ਮਨ ਵਸਤ, ਨਾਨਕ ਹੋਤ ਨਿਹਾਲ। ਇਤਿਹਾਸ ਭਰਿਆ ਪਿਆ, ਜ਼ਿਆਦਾ ਨਹੀਂ। ਉਹਨਾਂ ਨੇ ਥੋੜਾ ਸੁਣਿਆ ਪਰ ਧਿਆਨ ਨਾਲ ਸੁਣਿਆ। ਬਾਬਾ ਅਮਰਦਾਸ ਜੀ ਨੇ ਪੰਕਤੀ ਸੁਣੀ, ਧਿਆਨ ਨਾਲ ਸੁਣੀ। ਉਦਣ ਹੀ ਕਹਿੰਦੇ ਸਵੇਰੇ ਜਾਣਾ ਖਡੂਰ ਸਾਹਿਬ। ਨੌ ਨੂੰ ਕਹਿੰਦੇ ਲੈ ਜਾ ਮੈਨੂੰ ਨਾਲ, ਲੈ ਜਾ ਧੀਏ, ਲੈ ਜਾ। ਇੱਕੋ ਹੀ ਬਾਣੀ ਦੀ ਪੰਕਤੀ ਹੈ ਨਾ। ਹਾਂ, ਬੜੀਆਂ ਪਿਆਰੀਆਂ ਪੰਕਤੀਆਂ ਆ ਰਹੀਆਂ। कबीर सतगुर सूर में, कबीर सतगुर सूर में, बाह्या बाण जो एक लागत ही भोए। गिर परिया परा करेजे शेख। गुरु ऐसा सूरमा, गुरु ऐसा निशानची है। हर प्रेम बाणी मन मारिया, नियाले अनिया राम राज। जिस लागी पीर ब्रह्म की सो जाने जरिया। जीवन मुक्त, जीवन मुक्त सो आखी है, मर जीवै मरी है। जन नानक सतगुरु मेल हर, जग दूतर तरिया। सो बाणी रूपी दवाई नू, बाणी रूपी भोजन नू जिन्ना कोई खाएगा, जिन्ना कोई पचाएगा, उन्ना ही उसका भला है। दुनिया की कोई भी चीज़ ज़्यादा की जाए नुकसान देती है। ध्यान देना, ज़्यादा खाधा जाए नुकसान करता है, ज़्यादा सोया जाए नुकसान करता है, ज़्यादा बंदा जागदा रहे नुकसान करता है, ज़्यादा बंदा बोलता रहे नुकसान हुंदा है, ज़्यादा बंदा सुनता रहे नुकसान हुंदा है, ज़्यादा बंदा चौंकड़ी मार के बैठा रहे नुकसान हुंदा है। जे ज़्यादा नाम जपे, भजन करे, सेवा करे, फायदा हुंदा है। आ फर्क है, फायदा हुंदा है। ये सच्ची गल है। ਹੁਣ ਤੁਸੀਂ ਕਹੋਗੇ ਲੈ ਨਾਮ ਭਜਨ ਜੇ ਜ਼ਿਆਦਾ ਕਰਨਾ, ਇਹ ਫਿਰ ਅਸੀਂ ਆਕਾਸ਼ ਚੋਂ ਉਡਾਰੀਆਂ ਲਾ ਕੇ ਥੋੜ੍ਹਾ ਕਰਨਾ, ਇਹਦੇ ਲਈ ਵੀ ਤਾਂ ਬਹਿਣਾ ਹੀ ਪੈਂਦਾ। ਹੁਣ ਦੱਸੋ, ਧਿਆਨ ਦੇਣਾ। ਕੋਈ ਸਵਾਲ ਕਰ ਸਕਦਾ ਵੀ ਸਰੀਰ ਨੂੰ ਤਾਂ ਬਿਠਾਉਣਾ ਹੀ ਪਏਗਾ ਨਾ, 2 4 5 7 ਘੰਟੇ ਕੋਈ ਬਿਠਾ ਸਕਦਾ? ਬਾਣੀ ਸ਼ਬਦ ਅਤੇ ਸੁਰਤ ਦਾ ਜਿਹੜਾ ਸੁਮੇਲ ਹੈ, ਇਹ ਸਰੀਰਾਂ ਤੋਂ ਉੱਪਰ ਦੀ ਗੱਲ ਹੈ। ਧਿਆਨ ਦੇਣਾ, ਆਰੇ ਚਲਾਉਣੇ ਸਰੀਰਾਂ ਤੋਂ ਉੱਪਰ ਦੀ ਗੱਲ ਹੈ। ਰੂਈ ਦੇ ਵਿੱਚ ਲਪੇਟ ਕੇ ਸੜ ਜਾਣਾ ਸਰੀਰਾਂ ਤੋਂ ਉੱਪਰ ਦੀ ਗੱਲ ਹੈ। ਸਰੀਰ ਨੂੰ ਤੇ ਕੋਈ ਸੇਕ ਲੱਗਦਾ ਤੇ ਚੀਕ ਨਿਕਲਦੀ ਹੈ, ਹਾਏ ਨਿਕਲਦੀ ਹੈ। ਤਤੀ ਤਵੀ ਤੇ ਬੈਠਣ ਲੱਗਿਆਂ ਤੇ ਸੀਨੀ ਉਚਰਦੇ ਕੁਛ ਵੀ ਨਹੀਂ ਹੁੰਦਾ। ਇਹਦਾ ਮਤਲਬ ਉਹ ਸਰੀਰ ਇੱਕ ਪਾਸੇ ਰਹਿ ਜਾਂਦਾ। ਜਿਹੜਾ ਸ਼ਬਦ ਸੁਰਤ ਦਾ ਸੁਮੇਲ ਹੈ, ਉਹ ਇਸ ਨੂੰ ਇੱਕ ਪਾਸੇ ਲੈ ਜਾਂਦਾ। ਤੇ ਸਰੀਰ ਨੂੰ ਦਰਦ ਹੈ। ਧਿਆਨ ਦੇਣਾ, ਸਰੀਰ ਤੋਂ ਉੱਚੇ ਉੱਠ ਗਏ ਉਹਨਾਂ ਨੂੰ ਕੋਈ ਦਰਦ ਨਹੀਂ, ਸਰੀਰ ਤੋਂ ਉੱਪਰ ਉੱਠ ਗਏ ਉਹਨਾਂ ਨੂੰ ਕੋਈ ਪਰੇਸ਼ਾਨੀ ਨਹੀਂ। ਸੋ ਵਿਚਾਰ ਬੜੀ ਪਿਆਰੀ ਚੱਲ ਰਹੀ ਹੈ। ਸੋ ਨਾਮ ਜਿਹੜਾ ਹੈ ਇਹ ਬਹੁਤ ਪਿਆਰੀ ਦਵਾਈ ਹੈ, ਬਹੁਤ ਸੁੰਦਰ ਦਵਾਈ ਹੈ। ਸਾਨੂੰ ਸਾਰਿਆਂ ਨੂੰ ਇਸ ਨੂੰ ਖਾਣਾ ਚਾਹੀਦਾ। ਸਾਧ ਸੰਗਤ ਜੀ, ਦੁਨੀਆ ਦੇ ਵਿੱਚ ਅਸੀਂ ਆਏ ਹਾਂ, ਦੁਨੀਆ ਦੇ ਵਿੱਚ ਖੁਸ਼ੀ ਖੁਸ਼ੀ ਦੇ ਨਾਲ ਜੀਵਨ ਬਤੀਤ ਕਰਨ ਆਏ ਹਾਂ। ਦੁਨੀਆ ਦੇ ਵਿੱਚ ਕੋਈ ਬੰਦਾ ਨਹੀਂ ਚਾਹੁੰਦਾ ਮੈਂ ਦੁਖੀ ਹੋ ਕੇ ਜੀਵਨ ਬਤੀਤ ਕਰਾਂ, ਚਾਹੁੰਦਾ?
ਸੰਸਾਰ ਦੇ ਵਿੱਚ ਕੋਈ ਨਹੀਂ ਚਾਹੁੰਦਾ ਮੈਂ ਦੁਖੀ ਹੋ ਕੇ ਕਲੇਸ਼ ਵਿੱਚ ਪੈ ਕੇ ਪਰੇਸ਼ਾਨੀ ਦੇ ਵਿੱਚ ਜੀਵਨ ਬਤੀਤ ਕਰਾਂ। ਹਰ ਬੰਦਾ ਕਹਿੰਦਾ ਮੈਂ ਹੱਸ ਕੇ ਜੀਵਨ ਬਤੀਤ ਕਰਾਂ। ਧਿਆਨ ਦੇਣਾ, ਮੈਂ ਬੜੀ ਵਾਰ ਬੇਨਤੀ ਕੀਤੀ ਹੈ, ਖੁਸ਼ੀ ਤੇ ਹਾਸਾ, ਆਨੰਦ, ਇਹ ਬਾਹਰੋਂ ਥੋੜ੍ਹਾ ਮਿਲਣਾ ਹੈ, ਇਹ ਅੰਦਰੋਂ ਹੀ ਮਿਲਣਾ ਹੈ। ਖੁਸ਼ੀ, ਹਾਸਾ, ਆਨੰਦ ਜਿਹੜਾ ਹੈ, ਇਹ ਕਦੀ ਵੀ ਬਾਹਰੋਂ ਨਹੀਂ ਮਿਲਦਾ। ਨਾ ਪੈਸਾ ਦਿੰਦਾ ਪੂਰਨ ਖੁਸ਼ੀ, ਨਾ ਪਦਾਰਥ ਦਿੰਦੇ ਨੇ, ਨਾ ਧੀਆਂ ਪੁੱਤਰ। ਕੋਈ ਵੀ ਪੂਰੀ ਖੁਸ਼ੀ ਨਹੀਂ ਦੇ ਸਕਦਾ, ਨਾ ਕਿਸੇ ਨੇ ਦੇਣੀ ਹੈ। ਯਾਦ ਰੱਖਿਓ, ਬਾਣੀ ਮੁਤਾਬਕ ਲਿਖ ਲਿਓ। ਬਾਣੀ ਵਿੱਚ ਇੱਕ ਨਹੀਂ, ਪਤਾ ਨਹੀਂ ਕਿੰਨੀਆਂ ਕੁ ਪੰਕਤੀਆਂ ਨੇ। ਖੁਸ਼ੀ ਦੇਣੀ ਹੈ, ਇਸ ਨੂੰ ਅੰਦਰੋਂ ਹੀ ਇਹਦੀ ਵਿਚਾਰ ਤੇ ਗਿਆਨ ਨੇ, ਇਸ ਦੇ ਵਿਚਾਰ ਤੇ ਗਿਆਨ ਨੇ। ਆਪਣੇ ਆਪ ਨੂੰ ਬੰਦੇ ਨੇ ਸ਼ਾਂਤ ਜਾਂ ਠੰਡਾ ਕਰਨਾ ਕਿਹਦੇ ਨਾਲ ਹੁੰਦਾ? ਆਪਣੀ ਸੋਚ ਦੇ ਵਿਚਾਰ ਦੇ ਨਾਲ। ਜੇ ਆਪਣੇ ਆਪ ਨੂੰ ਖੁਸ਼ ਰੱਖਣਾ ਹੈ ਤੇ ਧਿਆਨ ਦੇਣਾ, ਆਪਣੇ ਦੁਆਰਾ ਹੀ ਖੁਸ਼ ਹੋ ਸਕਦਾ ਹੈ। ਬਾਣੀ ਵਿੱਚ ਲਿਖਿਆ ਹੋਇਆ ਹੈ, ਸੁਣੋ, ਆਪ ਸਵਾਰੇ। ਆਪ ਸਵਾਰੇ ਕਿਹਾ, ਬਾਣੀ 'ਚ ਲਿਖਿਆ, ਆਪ ਸਵਾਰੇ ਮੈਂ ਮਿਲੇ। ਭਗਤ ਜੀ ਕਹਿੰਦੇ ਨੇ, ਤੈਨੂੰ ਆਪਣੇ ਆਪ ਨੂੰ ਸਵਾਰਨ ਦੇ ਲਈ ਇੱਥੇ ਭੇਜਿਆ, ਕਿਸੇ ਨੂੰ ਸਵਾਰਨ ਦੇ ਲਈ ਨਹੀਂ। ਕੰਮ ਉਲਟ ਹੋ ਰਿਹਾ। ਇਹ ਕਹਿੰਦਾ ਸਾਹਮਣੇ ਵਾਲੇ ਨੂੰ ਸਵਾਰਨਾ। ਪਰਿਵਾਰ ਦੇ ਵਿੱਚ ਜੇ 6 ਜੀ ਨੇ, 6ਵੇਂ ਕਹਿੰਦੇ ਨੇ ਇੱਕ ਦੂਜੇ ਨੂੰ ਸਵਾਰਨਾ, ਮਤਲਬ ਸਹੀ ਕਰਨਾ, ਠੀਕ ਕਰਨਾ। ਆਪਣੇ ਆਪ ਨੂੰ ਠੀਕ ਕਰਨ ਵੱਲ ਕੋਈ ਨਹੀਂ ਲੱਗਾ ਹੋਇਆ। ਜੇ 4 ਜੀ ਨੇ, 4 ਇੱਕ ਦੂਜੇ ਨੂੰ ਠੀਕ ਕਰੀ ਜਾਂਦੇ ਨੇ, ਤੂੰ ਠੀਕ ਹੋ, ਤੂੰ ਠੀਕ ਹੋ, ਸਵਾਰ। ਤੇ ਬਾਬਾ ਜੀ ਕਹਿੰਦੇ ਨੇ, ਭਗਤ ਜੀ ਕਹਿੰਦੇ, ਉਹ ਤਾਂ ਹੀ ਤੇ ਤੈਨੂੰ ਠੋਕਰਾਂ ਲੱਗਦੀਆਂ, ਤੂੰ ਦੂਜੇ ਨੂੰ ਸਵਾਰਨ ਦੇ ਲਈ ਤੁਰਿਆ ਹੋਇਆ। ਤੈਨੂੰ ਕਿਹਾ ਸੀ ਬਾਣੀ ਦੇ ਵਿੱਚ, ਆਪ ਸਵਾਰੇ। ਤੂੰ ਆਪਣੇ ਆਪ ਨੂੰ ਸਵਾਰਨਾ ਸੀ, ਆਪਣੇ ਆਪ ਨੂੰ ਸੋਹਣਾ ਬਣਾਉਣਾ ਸੀ, ਤੂੰ ਆਪਣੇ ਆਪ ਨੂੰ ਸੁੰਦਰ ਬਣਾਉਣਾ ਸੀ। ਬਾਣੀ ਵਿੱਚ ਲਿਖਿਆ, ਇਹ ਮਨ ਸੁੰਦਰ ਹੈ ਆਪਣਾ, ਇਹ ਦੂਜੇ ਨੂੰ ਸੁੰਦਰ ਬਣਾਉਣ ਤੁਰਿਆ। ਦੂਜਾ ਕਦੀ ਵੀ ਸੁੰਦਰ ਨਹੀਂ ਬਣ ਸਕਦਾ, ਆਪ ਸੁੰਦਰ ਹੋ ਜਾਏਗਾ, ਜਗ ਸੁੰਦਰ। ਆਪ ਸਿਆਣਾ ਹੋ ਜਾਏਗਾ, ਜਗ ਵੀ ਸਿਆਣਾ। ਆਪ ਹੋਸ਼ ਵਿੱਚ ਆ ਜਾਏਗਾ, ਸਾਰੇ ਹੋਸ਼ ਵਿੱਚ ਲੱਗਣਗੇ। ਆਪ ਚੰਗਾ ਬਣ ਜਾਏਗਾ, ਸਾਰੇ ਚੰਗੇ ਲੱਗਣਗੇ। ਸੋ ਭਗਤ ਜੀ ਕਹਿੰਦੇ, ਆਪ ਸਵਾਰੇ। ਜਦੋਂ ਤੂੰ ਆਪਣੇ ਆਪ ਨੂੰ ਸਵਾਰ ਦਿੱਤਾ, ਉਦਣ ਹੀ ਤੇਰੇ ਘਰ ਮੈਂ ਆ ਜਾਣਾ, ਉਦਣ ਹੀ ਤੈਨੂੰ ਮਿਲ ਲੈਣਾ ਮੈਂ। ਆਪ ਸਵਾਰੇ ਮੈਂ ਮਿਲੇ, ਤੂੰ ਆਪਣੇ ਆਪ ਨੂੰ ਉਦਣ ਮਿਲ ਲਏਗਾ। ਮੈਂ ਮਿਲਿਆ ਸੁੱਖ ਹੋਏ। ਜਿੱਦਣ ਤੂੰ ਆਪਣੇ ਆਪ ਨੂੰ ਮਿਲ ਲਿਆ, ਸਮਝਿਓ ਮੈਨੂੰ ਮਿਲ ਲਿਆ। ਫਰੀਦਾ ਜੇ ਤੂੰ ਮੇਰਾ ਹੋਏ ਰਹੇ, ਸਭ ਜਗ ਤੇਰਾ ਹੋਏ। ਸਾਰਾ ਜਗ ਸਾਡਾ ਬਣ ਜਾਏ। ਇਹਦੇ ਤੋਂ ਪਹਿਲਾਂ ਪੰਕਤੀ ਮਹਾਰਾਜ ਜੀ ਨੇ ਪੜ੍ਹੀ ਹੈ, ਬਾਬਾ ਫਰੀਦ ਜੀ ਨੇ, ਆਪ ਸਵਾਰੇ, ਆਪ ਸਵਾਰੇ। ਤੇ ਆਪ ਜਿਹੜਾ ਸਹੀ ਹੈ, ਉਸ ਲਈ ਸਾਰੇ ਹੀ ਸਹੀ ਨੇ। ਬੜੀ ਵਾਰੀ ਸੁਣੇ। ਸੋ ਗੁਰੂ ਸਾਹਿਬ ਕਿਰਪਾ ਕਰੇ। ਬਾਣੀ ਹੈ ਬਹੁਤ ਪਿਆਰੀ ਦਵਾਈ, ਤੇ ਕਦੀ ਹੋ ਨਹੀਂ ਸਕਦਾ ਭਾਈ ਇਹਦੇ ਨਾਲ ਆਰਾਮ ਨਾ ਆਵੇ। ਜਿਹਨੂੰ ਨਹੀਂ ਆਉਂਦਾ ਉਹਦੇ ਵਿੱਚ ਕੋਈ ਨਾ ਕੋਈ ਕਮੀ ਹੁੰਦੀ ਹੈ। ਜਿਸ ਨੂੰ ਤਰੱਕੀ ਨਹੀਂ ਮਿਲਦੀ ਉਹਨੂੰ ਸੋਚਣਾ ਪਏਗਾ। ਜਿਸ ਦੇ ਘਰ ਦੇ ਵਿੱਚ ਬਰਕਤਾਂ ਨਹੀਂ ਆਉਂਦੀਆਂ ਉਹਨੂੰ ਸੋਚਣਾ ਪਏਗਾ ਵੀ ਕਿੱਥੇ ਇੱਕ ਕਮੀ ਹੈ। ਧਿਆਨ ਦੇਣਾ, ਜਦੋਂ ਰੱਬ ਦੀ ਮਿਹਰ ਹੁੰਦੀ ਹੈ ਨਾ, ਬੜੀ ਚੜ੍ਹਾਈ ਹੁੰਦੀ ਹੈ। ਦੁਨੀਆ ਜੋ ਮਰਜ਼ੀ ਕਰੀ ਜਾਏ, ਬਹੁਤ ਕਿਰਪਾ ਹੁੰਦੀ ਹੈ। ਜਿਹਨੂੰ ਦਿਨ ਦੁੱਗਣੀ ਤੇ ਰਾਤ ਚੌਗਣੀ ਕਹਿੰਦੇ ਆ ਨਾ, ਇਹਦੇ ਨਾਲੋਂ ਕਿਧਰੇ ਜ਼ਿਆਦਾ ਪਰਮੇਸ਼ਰ ਕਰਦਾ। ਰੱਬ ਦੇ ਪਿਆਰੇ ਦੀ ਕੋਈ ਵੀ ਹੋਵੇ, ਜਿਹੜਾ ਰੱਬ 'ਤੇ ਭਰੋਸਾ ਰੱਖਦਾ, ਰੱਬ ਨੂੰ ਮੰਨਦਾ ਹੈ, ਉਸ 'ਤੇ ਬਹੁਤ ਮਿਹਰ ਹੁੰਦੀ ਹੈ, ਬਹੁਤ ਕਿਰਪਾ ਹੁੰਦੀ ਹੈ। ਤੇ ਜਿਹੜਾ ਉਸ ਦੇ ਨਾਲੋਂ ਟੁੱਟਦਾ ਹੈ ਜਾਂ ਦੂਰ ਹੁੰਦਾ, ਜਾਂ ਪਰਮੇਸ਼ਰ ਕਿਸੇ ਨੂੰ ਦੂਰ ਕਰ ਦਿੰਦਾ। ਦੇਖੋ ਬਾਣੀ ਵਿੱਚ ਇੱਕ ਨਰਕ ਲਿਖਿਆ ਤੇ ਇੱਕ ਸਵਰਗ ਲਿਖਿਆ। ਵੈਸੇ ਭਗਤਾਂ ਨੇ ਕਿਹਾ ਅਸੀਂ ਨਰਕ ਸਵਰਗ, ਇੱਥੇ ਜਿਹੜੀ ਬਾਣੀ ਵਿੱਚ ਨਰਕ ਸਵਰਗ ਲਿਖੇ ਨੇ
ये दो पार्ट ने, किते कोई सुन के होर तरह ना हुण मैं दोने चीज़ां दसनियां पैणियां, नहीं तो भुलेखा लग जाना। नरक स्वर्ग बाणी दे विच उस नूं नहीं कहा भी जां इस आसमान तो उपर कोई चीज़ नूं कहा, नहीं। सोच विच नरक है, सोच विच स्वर्ग है। नरक स्वर्ग दो इरादे, संतन दो इरादे, क्या नरक क्या स्वर्ग विचारा, संतन दो इरादे। जिहड़े रब दे प्यारे संतन ने, साधु ने, गुरमुख ने, उन्होंने कहा भी सानू नरक स्वर्ग का मतलब ही नहीं, ना वो स्वर्ग मंगते ने, उन्होंने चाहिए ही नहीं। वो तो चरण कमल की प्रेम प्रीति मंगते हैं, तो नरकां नूं ते गुरु उन्होंने जान ही नहीं देंदा। तो इस करके हाँ, एक मनमुख लई नरक ते स्वर्ग है, गुरु तो टुटे हुए लई नरक स्वर्ग है। ध्यान देना, जां मैं सीधा साफ लफ्ज़ां विच कह देवां, पहलां बाणी की पंक्ति पढ़दे हां ते फिर दस दिन्ने आं भी नरक किहड़ा है। पापी कर्म कमामदे करदे हाय हाय। जिहड़ा बंदा हाय हाय करदा पिया समझ लवे नरक च है। क्लीयर? वो जिहड़ा करदा होएगा वो पुन्नी नहीं होएगा, हाय हाय करने वाला। पापी कर्म कमामदे करदे हाय हाय, नानक ज्यों मथन मधानियां त्यों मथे धर्मराए। जिवें मधानी रिड़क के मक्खन बाहर लियाउंदी है ना, धर्मराज चित्रगुप्त नूं कहंदा लिया इहदा लेखा, उहदे कर्म इदां कढ के रखदा है। कोई कह जावे मेरे तो चंगा कोई नहीं, मेरे तो चंगा कोई नहीं। वो महाराज जी कहते जदों रखिया जाना परचा अगे पता तो उदों लगना, धर्मराज जब लेखा मंगे क्या मुख लैके जाएगा। संसार दे विच महाराज जी कहते मनुख कहता मैं चंगा बाकी सारे बुरे, कबीर जी कहते ने असी बुरे। बाणी विच लिखिया संसार कहता आपस को दीर्घ कर जाने और को लगमात। संसार इंज कहता है, ब्रह्म ज्ञानी संत प्यारे रब दे प्यारे कहते ने सबते हम बुरे। तो इस करके महाराज जी कहते जदों इंसाफ दे तराजू ते इंसान दे कर्म चढ़ते हैं, बेसवा माड़ी हुंदी है ना, सब तो माड़ी बेसवा नूं कहा, वो भी तरदी पई है। ध्यान देना, बेसवा नूं माड़ी कहते लोग, किहड़ा बंदा कहेगा भी बेसवा स्वर्गां नूं जांदी है जां बेसवा दा उधार हुंदा, कोई कह सकदा? वो तो उसनूं ते माड़ी औरत कहा जाता है। पर आओ प्रमाण लै ही लैने आ। बाणी दे विच लिखिआ है भी देखो उसनूं भी बाणी दे विच ग्रंथां दे विच लिख लिख के उहदियां उदाहरणां बन गईयां। उहदियां उदाहरणां क्यों बन गईयां? इस करके दुनिया दे विच कदी भी ये ना कहना भी वो बंदा खराब है, गलत है। इत्थे ते गणका पवित्र हो गई। पंक्ति पढ़ते हैं, भाई गुरदास जी की वार 10वीं है तो पौड़ी 21 है। 21वीं पौड़ी वार 10वीं तो भाई गुरदास जी की ये वार कहते गणका पापण होए कै पापां दा गलहार परोता, महापुरख अचान चक गणका वाड़े आए खलोता। दुरमत देख दयाल होए हथों उसनों दितन तोता। राम नाम उपदेश कर खेल गया दे वणज सोता। लिव लागी तिस तोत्यों नित पढ़ाए करे असोता। पतत उदाहरण राम नाम दुर्मत पाप कलेवर धोता। अंत काल जम जाल तोड़ नरके विच न खादस गोता। गई बैकुंठ विबान चढ़, गई बैकुंठ विबान चढ़। नाओ नारायण अछोते अछोता, थाओ निथावे मान मनोता। हुण की करांगे असीं? हुण इत्थे कुछ कह सकते हैं? इत्थे ते पापण वेसवा जिसनों कहंदे सी वो भी तर गई, तो फिर असी किदां कह सकते हैं भी फलाना बंदा जिहड़ा है वो तरेगा नहीं जां डुब जाएगा, जां असी नहीं तरांगे, तर जावांगे, सारे तर जावांगे। क्योंकि बाणी विच लिखिआ गुर तार तार न हारिया। पर तरेगा वो जिहड़ा हल्का होएगा, हौला होएगा, हौला
हरूले हरूले हौले हौले तिर गए डूबे जिन सिर भार। इस करके अपने सिर ते कोई भार ना रखना, अपने आप नूं बचा के रखना संसार दी माया तो, निंदिया चुगली झूठ तो। ते भगत कबीर जी कहते लिख के लै जाओ गारंटी मेरे कोलों, मैं तारांगा उन्होंने। भगत कबीर जी कहते हैं, बाणी कहती है सिर ते भार ना हो गए होएगा तुहाडे, मैं तार देवांगा। ध्यान देना, बेड़ी दे विच 100 बंदे की जगह होए ना, जे उत्ते 10 चढ़ जाण, मलाह कहता उतरो उतरो उतरो। ये 100 की जगह तुसीं 10 भी फिर वाधू किदा चढ़ चले, डुबना तुसीं 10 ने सारे बेड़े नूं डुब देना, 100 का 100 डुब देना। इस करके वो चढ़न नहीं देंदा, नहीं चढ़न देंदा। सो गुरु नूं भी पता है जे भार हो गया ये बेड़े च, शरीर नूं बेड़ा भी कहा ना, जे ये अंदर विकारां दा भार हो गया, निंदिया चुगली झूठ का भार हो गया, गुरु घर दे विच आके असीं भार लाउंदे हां ते फिर जाके चढ़ा दिंदे हां। बाणी विच लिखिया, बाणी विच लिखिया हाथी जिहड़ा नदी ते इशनान करदा है, ज्यों कुंचर इशनान भी वो ना पहला इशनान करके पिंडा पुंडा पूरा साफ कर लैंदा, बाद च सुंड दे विच चिक्कड़ भर के फिर उपर सुੱਟ लैंदा। नहाते का की फायदा होया? बाणी विच लिखिया नौवें पातशाह ने कहते तीरथ बरत अर दान कर, तीर्थ भी करी जा, बरत भी रखी जा, दान भी करी जा, पुण्य भी करी जा, बाणी भी पढ़ी जा, सुनाई भी जा, सुनी भी जा। तीर्थ बरत अर दान कर, मन में धरे गुमान, नानक निफल होत है ज्यों कुंचर इशनान। कुंचन मतलब हाथी, जिवें हाथी का कीता इशनान किसी काम का नहीं ना हुंदा। इसी तरह वो लोग जिहड़े चिक्कड़ अपने अंदर पा लेंदे ने, उपर सिर ते सुੱਟ लेंदे ने, निंदिया चुगली झूठ का दूजे की बुराई करके, ते महाराज जी कहंदे ओदा कोई फायदा ही नहीं हुंदा। जिवें राजा अज नूं साधु ने कहा सी, एक घोड़े की मुट्ठी जिहड़ी लिद पाई है ना तूं, ये तैनूं खानी पैनी है। ते ओहदी कहंदे किन्नी वध गई सी, वो कहंदा फिर किद्दां मैं इहनूं घटावां? ते कहंदे सी अपनी निंदिया करा। उन्हें फिर कहंदे ने सारे अपने राज दे विच ते रथ ते बह के हत्थ दे विच शराब की बोतल लैके ते ललकारे मार के वो सारिया गलियां विच घूमिया। लोग कहंदे इहदा दिमाग घूम गया। उसने अपनी निंदिया करवाई ते निंदिया करवा के ओहदी ओ जिहड़ी जो भी बनया होया सी खाक कह दईए, जिवें इतिहास विच लिखिया, वो कहंदे वो खत्म हो गई, वो खत्म हो गई। मतलब निंदिया दे नाल भार इन्ना क चढ़दा, इन्ना क चढ़दा, ढेरां दे ढेर बन जांदे ने। ते जिहड़ा कोई निंदिया जां चुगली करदा, वो उस ढेर नूं अपने सिर ते लै आंदा, अपने सिर ते लै आउंदा। ते इस करके वो जिहड़ा इस संसार दे विच तरदा नहीं, डुब जांदा। सो बड़ी प्यारी पंक्ति अज दे शब्द दी महाराज जी सानूं सरवण करवा रहे ने। गुरु अर्जन देव महाराज जी का पावन पवित्र शब्द है भई साधु संगत तरिया संसार। संगत करके, गुरु की संगत करके, संतां महात्मा या गुरमुखां की संगत करके जिहड़े साधे होए ने, वो कोई भी है वो साधु ही है। साधु किसी विशेष व्यक्ति वास्ते नहीं है। साधु वो है जिहड़ा साधिया होया, जिसने अपने मन नूं साध नाम निर्मल ताके कर्म। सो साधु संगत तरिया संसार। साधु की संगत करके, गुरु की संगत करके, संगत की बरकत दे नाल संसार समुंदर सागर तो मनुख पार हो जाता है या पार हो जाएगा। मेरे माधव जी सत संगत मिले सो तरिया। हर का नाम मने आधार। महाराज जी कहते अपने मन नूं जां अपने मन का आसरा नाम नूं बनाई। नाम होवे कोई होर चीज़ नहीं, मन का आसरा नाम बाणी होवे कुछ होर नहीं। मेरे मन एकस स्यों चित लाए, एकस बिन सब धंध है, सब मिथ्या मोह माए। एक दे नाल चित ला के रखना, ध्यान देना। दुनिया दे विच सत्कार हर धर्म का करना, दुनिया दे विच सत्कार हर ग्रंथ का करना, किसी नूं बुरा नहीं कहना, सानू बाणी दसदी है। ते अपने घर दे नाल जुड़ के रहना, जिथे जिथे कोई लग्या उन्होंने अपने घर पक्का रहना चाहिए।
सो गुरु पातशाह सानू कहते ने, मेरे मन एकस स्यों चित लाए, एकस बिन सब धंध है सब मिथ्या मोह माए। एक दे नाल जुड़ के रही। देखो असी पढ़ने सारे ग्रंथ ने, चाहे अंजील है, चाहे कुरान है, चाहे वेद है, चाहे कोई शास्त्र, जिमें भी ट्रांसलेशन ओदी कोई करके पढ़ सकता है, चाहे गीता है, चाहे रामायण है, किसी नू भी पढ़ सकते हैं। सानू पढ़ना चाहिए, ठीक है जी। जे पढ़ांगे ना तो सानू फिर पता नहीं लगेगा असल चीज़ का। सारे ही ग्रंथां नू सत्कार करके सब नू पढ़ना चाहिए। तो जो सानू जिस धर्म दे विच असी पैदा होए हैं, असी उस दे मुताबक, क्योंकि जिथे असी पैदा हो चुके हैं, असी गुरु नानक दे घर पैदा हो चुके हैं, असी सिख धर्म दे विच पैदा हो चुके हैं। इस करके असी गुरु नानक महाराज जी की विचारधारा नू, उन्हां दे सिद्धांत सिक्ख्या नू, जिंज कह लीए श्री गुरु ग्रंथ साहब जी दे नाल जुड़ के गुरु ग्रंथ साहब जी की बाणी नू ही फॉलो करना, ओनली गुरु ग्रंथ साहब महाराज जी दे नाल ही असी जुड़ना ते सत्कार सब दा करना। किसी नू बुरा नहीं कहना भी वो माड़ा असी चंगे, नहीं, कभी भी इस तरह नहीं कहना, सारे चंगे ने। और इंज कहना साडे नालों तुसी चंगे हो, इस तरह कह देना। दूजा सानू कहे भी तू साडे नालों चंगा, असी अपने आप नू थोड़ा कही जाना भी तेरे नालों मैं चंगा, नहीं। साडे विच कोई खासियत देख के, साडा कोई ज्ञान देख के, साडी कोई विद्या देख के, साडी कोई बोलबाणी सुन के, सानू कोई मिल के कहे भी ये बहुत चंगा है, अपने आप नहीं। महाराज जी कहते अपने आप कहाउण दे नाल कोई चंगा नहीं बनेगा। कोई चंगा कहे, देखो किसी नू कोई चंगा लगे तो वह चंगा कहंदा है, वो वक्री गल है। दुनिया दे विच हर एक दा नज़रिया अपना अपना है। जे किसी ने ऐनकां लाइया हुई माड़ा देखने वालियां, उन्होंने माड़ा ही दिसना, उन्होंने कोई भी चंगा नहीं दिसना। ध्यान देना, उसनों घर विच चंगा कोई दिसना, ना बाहर चंगा दिसना। तो जिसने अपने अखां दे उपर बाणी रूपी चश्मा कह लईए, नेत्रां दे विच ज्ञान रूपी अंजन कह लईए पाया होया, उसनों सारे पासे वाहिगुरु राम भगवान ईश्वर अल्लाह का ही स्वरूप दिसना। उन्होंने ना हिंदू माड़ा लगना, ना मुसलमान माड़ा लगना, ना कोई होर माड़ा लगना, ना उन्होंने मोना माड़ा लगना, ना उन्होंने सिख माड़ा लगना, ना उन्होंने दुश्मन माड़ा लगना। ध्यान देना, जिहड़ा खाली बंदा वही महाराज जी कहते वही छलकदा है, भांडा वही छलकदा है जिहदे विच कख नहीं हुंदा, कुछ भी नहीं हुंदा। जिहड़ा नक्को नक लवा लव भरिया हुंदा वो भांडा छलकदा नहीं। जिहड़ा बहुता दुनिया दे विच छलकदा है, बोलदा है, टपदा है, समझ लेना वो खाली है। जिहड़ा कुछ नहीं ना बोलदा, समझ लेना वो भरे है। सियाणा वो नहीं हुंदा जिहड़ा बहुता बोलदा होवे, सियाणा उसनूं कहंदे ने जिहड़ा खामोश होवे, जिहड़ा इशारे दे नाल ही बहुत कुछ कह जाए। ध्यान देना, जिहड़ा खामोशी दे विच ही ज्ञान दे जाए वो वड्डा हुंदा है। बहुता बोलन चक्कण होए, ज़्यादा बोलण वाला, गुरु नानक महाराज जी ने कहा गल्ली असी चंगियां अचारी बुरीआं हां। असी गलियां दे विच चौंकां दे विच देखदे हां भी वो बड़ियां गल्लां करदा है, वो बंदे नूं बड़ा कुछ आउंदा है, इहदा बड़ा प्रभाव है। वो सियाणा थोड़ा बाणी विच लिखिआ, उहनूं मूर्ख कह दिता। ये बाणी की पंक्ति पूरा शब्द किधरे पढ़ लेना, गली असी चंगियां अचारी बुरीआं, मनो कसुद्दां कालियां बाहर चिटवियां। तो वह जड़ियाँ रूहां जड़ियाँ चंगियां नहीं होंदियां, जड़ियाँ गल्लां ही केवल करदियां हन। जिहड़ी भिजी रूह है ना, भिजी रूह वो तो मिलदी नहीं, जे मिल जाए वो बहुती बोलदी नहीं। ध्यान देना, वो उन्नी की गल करेगी जिन्नी लोड़ है। वाधू गल करन वाला सियाणा नहीं आख्या गया। टू दी पॉइंट, जो कम होवे, जो विशा होवे उहदे ते गल करनी सियाणप हुंदी है। ते जे आलतू ते फालतू दी जिहड़ा गल करदा है वो बाणी विच सियाणा नहीं आख्या। बाणी दे विच आख्या केवल ओही गल्लां चंगियां ने। पंक्ति सुन लेना, लिखिया होया गल्लां दे बारे। सिमरत वेद पुराण पुकाਰਨ पोथियां, कहंदे सारे ग्रंथ सारियां पोथियां ये दसदियां पईयां ने, नाम बिना सब कूड़ गाली होछियां। होछे लोग गल्लां वाले हुंदे ने, होछे, इस करके उन्हां नूं गल्लां वालिआं नूं होछे कहंदे ने।
ਜਿਹੜੇ ਖਾਮੋਸ਼ ਰਹਿੰਦੇ ਨੇ ਉਹਨਾਂ ਨੂੰ ਸਿਆਣੇ ਕਹਿੰਦੇ ਨੇ। ਗੁਰੂ ਸਾਹਿਬ ਜੀ ਆਖਰੀ ਪੰਕਤੀ ਵਿੱਚ ਦੱਸ ਰਹੇ ਨੇ, ਚਰਨ ਕਮਲ ਗੁਰਦੇਵ ਪਿਆਰੇ, ਆਪਣੇ ਪਿਆਰੇ ਦੇ ਸੋਹਣੇ ਸੋਹਣੇ ਚਰਨ, ਪੂਜੈ ਸੰਤ ਹਰ ਪ੍ਰੀਤ ਪਿਆਰੇ। ਸੋ ਰੱਬ ਦੇ ਜਿਹੜੇ ਵਾਹਿਗੁਰੂ ਦੇ ਪਿਆਰੇ ਹੁੰਦੇ ਆ ਨਾ, ਭਗਤ ਹੁੰਦੇ ਨੇ, ਉਹ ਆਪਣੇ ਗੁਰੂ ਦੇ ਚਰਨਾਂ ਨੂੰ ਪੂਜਦੇ ਨੇ, ਆਪਣੇ ਗੁਰੂ ਦੇ ਚਰਨਾਂ ਨੂੰ ਸਿਮਰਦੇ ਨੇ, ਚਰਨ ਕਮਲਾਂ ਨੂੰ ਧੋਏ ਧੋ ਕੇ ਪੀਂਦੇ ਨੇ। ਚਰਨ ਕਮਲ ਤੇਰੇ ਧੋਏ ਧੋਏ ਪੀਵਾਂ, ਮੇਰੇ ਸਤਿਗੁਰ ਦੀਨ ਦਿਆਲਾ, ਪੂਜੈ ਹੈ ਸੰਤ ਹਰ ਪ੍ਰੀਤ ਪਿਆਰੇ। ਆਪਣੀ ਉਸ ਮਾਲਕ ਦੇ ਨਾਲ ਪ੍ਰੀਤ ਸਦਕਾ ਉਸ ਨੂੰ ਪੂਜਦੇ ਨੇ। ਕੌਣ? ਹਰੀ ਦੇ ਪਿਆਰੇ, ਹਰੀ ਦੇ ਸੰਤ, ਹਰੀ ਦੇ ਗੁਰਮੁਖ ਜਨ ਦਾਸ। ਜਾਕੈ ਮਸਤਕ ਲਿਖਿਆ ਭਾਗ, ਕਹੋ ਨਾਨਕ ਤਾਕਾ ਥਿਰ ਸੁਹਾਗ। ਜਿਸ ਮਨੁੱਖ ਦੇ ਭਾਗ ਕਰਮ ਬਣ ਜਾਂਦੇ ਨੇ ਤੇ ਮਹਾਰਾਜ ਜੀ ਕਹਿੰਦੇ ਉਹਨਾਂ ਦਾ ਅੱਗੇ ਸਿਲਸਿਲਾ ਚੱਲ ਪੈਂਦਾ। ਜਦੋਂ ਲੇਖ ਕਰਮ ਖਤਮ ਹੋ ਜਾਂਦੇ ਨੇ, ਯਾਤਰਾ ਵੀ ਸਟਾਪ ਹੋ ਜਾਂਦੀ ਹੈ, ਖਤਮ ਹੋ ਜਾਂਦੀ ਹੈ। ਜਾਕੈ ਮਸਤਕ ਲਿਖਿਆ ਭਾਗ, ਕਹੋ ਨਾਨਕ ਤਾਕਾ ਥਿਰ ਸੁਹਾਗ। ਸੋ ਗੁਰੂ ਸਾਹਿਬ ਜੀ ਫਰਮਾਨ ਕਰਦੇ ਨੇ, ਜਿਨ੍ਹਾਂ ਦੇ ਕਰਮਾਂ ਭਾਗਾਂ ਮਸਤਕ ਦੇ ਲੇਖਾਂ ਦੇ ਵਿੱਚ ਸੱਚ ਲਿਖਿਆ ਜਾਂਦਾ ਤੇ ਉਹ ਇਨਸਾਨ ਸਦਾ ਲਈ ਰਹਿ ਜਾਂਦਾ। ਕਿੱਥੇ ਰਹਿ ਜਾਂਦਾ ਜੀ? ਇਸ ਸੰਸਾਰ 'ਤੇ, ਇਸ ਬ੍ਰਹਿਮੰਡ ਦੇ ਵਿੱਚ, ਇਸ ਖੰਡ ਦੇ ਵਿੱਚ, ਕੁਝ ਵੀ ਕਹਿ ਲਓ, ਖੰਡ ਕਹਿ ਲਈਏ, ਬ੍ਰਹਿਮੰਡ ਕਹਿ ਲਈਏ, ਹੈ ਭਾਵੇਂ ਅਲੱਗ-ਅਲੱਗ, ਉਹ ਸਾਰੀ ਸ੍ਰਿਸ਼ਟੀ ਕਹਿ ਸਕਦੇ ਹਾਂ, ਉਹਦੇ ਵਿੱਚ ਰਮਿਆ ਜਾਂਦਾ। ਕਿਉਂਕਿ ਬੜੀ ਵਾਰੀ ਤੁਸੀਂ ਸਰਵਣ ਕੀਤਾ, ਸਰੀਰ ਅਲੱਗ ਚੀਜ਼ ਹੈ ਅਤੇ ਜਿਹੜੀ ਆਤਮਾ ਜੋਤ ਇਹ ਅਲੱਗ ਚੀਜ਼ ਹੈ। ਆਤਮਾ ਜਿਹੜੀ ਹੈ ਸਾਰੇ ਬ੍ਰਹਿਮੰਡ ਦੇ ਵਿੱਚ ਮਿਕਸ ਹੋਣ ਦੇ ਯੋਗ ਹੈ। ਜਿਵੇਂ ਖੁਸ਼ਬੂ ਜਿਹੜੀ ਹੈ ਨਾ, ਖੁਸ਼ਬੂ ਨੂੰ ਆਪਣੀ ਮੁੱਠੀ ਵਿੱਚ ਕੋਈ ਫੜਨ ਦਾ ਯਤਨ ਕਰੇ, ਖੁਸ਼ਬੂ ਮੁੱਠੀ ਵਿੱਚ ਨਹੀਂ ਆਉਂਦੀ। ਇਸੇ ਤਰ੍ਹਾਂ ਉਹ ਸਾਰੇ ਹੀ ਪਾਸੇ ਫੈਲ ਜਾਂਦੀ ਹੈ। ਇਸੇ ਤਰ੍ਹਾਂ ਜੋ ਅੰਤਰ ਆਤਮਾ ਹੈ, ਮਹਾਰਾਜ ਜੀ ਕਹਿੰਦੇ ਇਹ ਜਿਹੜੀ ਸਾਰੀ ਸ੍ਰਿਸ਼ਟੀ ਦੇ ਵਿੱਚ, ਬ੍ਰਹਿਮੰਡ ਦੇ ਵਿੱਚ, ਜਿਵੇਂ ਉਹ ਕੁਦਰਤ ਵਿੱਚ ਵਸਿਆ ਹੋਇਆ ਪਰਮ ਪਿਤਾ ਪਰਮਾਤਮਾ, ਇਹ ਵੀ ਸਾਰੀ ਕੁਦਰਤ ਦੇ ਵਿੱਚ ਛਾ ਜਾਂਦੀ ਹੈ, ਹਰ ਪਾਸੇ ਚਲੀ ਜਾਂਦੀ ਹੈ। ਸੋ ਇਸ ਕਰਕੇ ਕਹੋ ਨਾਨਕ ਤਾਕਾ ਥਿਰ ਸੁਹਾਗ, ਉਹਦਾ ਭਾਗ ਚੰਗਾ ਜੋ ਸਦਾ ਹੀ ਇਸ ਸੰਸਾਰ 'ਤੇ ਕਾਇਮ ਰਹਿ ਜਾਂਦਾ। ਕਾਇਮ ਦਾਇਮ ਸਦਾ ਪਾਤਸ਼ਾਹੀ। ਸੋ ਉਸ ਦੀ ਦਿੱਤੀ ਪਾਤਸ਼ਾਹੀ ਉਹ ਕਦੀ ਵੀ ਮੁੱਕਦੀ ਨਹੀਂ, ਕਦੀ ਵੀ ਟੁੱਟਦੀ ਨਹੀਂ। ਦੁਨੀਆ ਬਾਦਸ਼ਾਹੀਆਂ ਦਿੰਦੀ ਹੈ, ਧਿਆਨ ਦੇਣਾ, 5 ਸਾਲ ਬਾਅਦ ਫਿਰ ਉਸ ਨੂੰ ਕਹਿੰਦੀ ਹੈ ਵੀ ਹੁਣ ਛੱਡ ਦਿਓ, ਉਸ ਨੂੰ ਫਿਰ ਦੂਸਰੇ ਨੂੰ ਉਹ ਚੇਂਜ ਕਰਦੀ ਹੈ। ਇਹ ਪਾਤਸ਼ਾਹੀਆਂ ਬਾਦਸ਼ਾਹੀਆਂ ਦੁਨਿਆਵੀ ਰਾਜਿਆਂ ਦੀਆਂ, ਮਹਾਰਾਜ ਜੀ ਕਹਿੰਦੇ ਇਹ ਸਥਿਰ ਨਹੀਂ ਹੈ, ਪਰ ਉਸ ਦੀ ਦਿੱਤੀ ਹੋਈ ਬਾਦਸ਼ਾਹੀ ਜਿਹੜੀ ਹੈ, ਕਿਰਪਾ ਰੂਪੀ, ਮਿਹਰ ਰੂਪੀ, ਇਹ ਸਦਾ ਹੀ ਕਾਇਮ ਰਹਿੰਦੀ ਹੈ। ਉਹ ਇਨਸਾਨ ਸਦਾ ਹੀ ਧਰਤੀ 'ਤੇ ਉਹਦੀ ਚੰਗਿਆਈ ਦੇ ਰੂਪ ਦੇ ਵਿੱਚ ਉਹ ਸਦਾ ਹੀ ਰਹਿੰਦਾ ਹੈ। ਸੋ ਇਸ ਲੜੀਵਾਰ ਸ਼ਬਦ ਦੀ ਬਹੁਤ ਹੀ ਪਿਆਰੀ ਵਿਚਾਰ ਜੋ ਗੁਰੂ ਸਾਹਿਬ ਨੇ ਮਿਹਰ ਕਿਰਪਾ ਕਰਕੇ ਸੇਵਾ ਲਈ ਹੈ, ਇਸ ਦਾ ਭਾਵ ਅਰਥ ਸਾਡੇ ਹਿਰਦੇ ਵਿੱਚ ਵਸੇ। ਗੁਰੂ ਸਾਹਿਬ ਜੀ ਸਭ ਦਾ ਭਲਾ ਕਰਨਾ, ਭੁੱਲਾਂ ਚੁੱਕਾਂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।